ਬੈਂਕ ਰੌਲਾ ਪਾ ਰਿਹਾ, ਮੀਡੀਆ ਰੌਲਾ ਪਾ ਰਿਹਾ, ਅਸੀਂ ਰੌਲਾ ਪਾ ਰਹੇ ਹਾਂ ਜੀ ਮਹਿੰਗਾਈ ਘਟ ਗਈ। ਕਿੱਥੋਂ ਘਟੀ ਆ? ਕਿਹੜੀਆਂ ਚੀਜ਼ਾਂ ਸਸਤੀਆਂ ਹੋਈਆਂ ਨੇ? ਕਿ ਆਪਣੀ ਪਰਸਨਲ ਨਿੱਜੀ ਤੌਰ ਤੇ ਗੱਲ ਦੇਖੀਏ ਤਾਂ ਮੈਨੂੰ ਤੇ ਹਜੇ ਤੱਕ ਸਵੇਰ ਵਾਲੀ ਕੌਫੀ ਵੀ ਮਹਿੰਗੀ ਲੱਗਦੀ ਹੈ। ਸਸਤਾ ਕੁਛ ਨਹੀਂ ਹੋਇਆ। ਖਬਰਾਂ ਦੇ ਵਿੱਚ ਗੌਰਮੈਂਟ ਨੇ ਦੱਸਿਆ ਹੈ ਕਿ ਅਸੀਂ ਸਾਰੇ ਲੋਕ ਇਹ ਸਮਝਣਾ ਬੰਦ ਕਰ ਦਈਏ ਕਿ ਮਹਿੰਗਾਈ ਹੋ ਰਹੀ ਹੈ। ਸਾਨੂੰ ਭਾਵੇਂ ਇਨਫਲੇਸ਼ਨ ਹੈ ਜਾਂ ਨਹੀਂ ਹੈ, ਪਰ ਸਾਨੂੰ ਸਮਝ ਲੈਣਾ ਚਾਹੀਦਾ ਕਿ ਨਹੀਂ ਹੈ। ਨੰਬਰ ਆਫ ਸੇਲਸ ਵੱਧ ਰਹੀਆਂ ਨੇ, ਕੀਮਤਾਂ ਵੱਧ ਰਹੀਆਂ ਨੇ, ਤਾਂ ਵਿਆਜ ਦਰਾਂ ਕਿਵੇਂ ਰੁਕੀਆਂ ਰਹਿਣਗੀਆਂ? ਤੁਹਾਡਾ ਕੀ ਕਹਿਣਾ? ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਸਿਚੁਏਸ਼ਨ? ਕਿ ਪਿਛਲੇ ਸਮੇਂ ਦੇ ਵਿੱਚ ਮਾਰਕੀਟ ਦੇ ਵਿੱਚ 90% ਇੰਪਲੋਇਰ ਜਿਹੜੇ ਸੀ ਉਹ ਹਾਇਰਿੰਗ ਕਰ ਰਹੇ ਸੀ। ਹੁਣ ਇਸ ਵੇਲੇ ਉਹ ਸਿਰਫ 70% ਲੋਕ ਜਿਹੜੇ ਆ ਹਾਇਰਿੰਗ ਕਰ ਰਹੇ ਆ। ਸਹੀ ਆ। 20% ਜਿਹੜਾ ਆ ਜੋਬ ਲਾਸ ਹੋ ਚੁੱਕਿਆ ਆ। ਇਹ BNN ਦੀ ਰਿਪੋਰਟ ਆ, ਜਿਹਦੇ 10 ਲੱਖ ਵਿੱਚੋਂ 10 ਲੱਖ ਚੋਂ 70,000 ਜੌਬਸ ਦੀ ਹੁਣ ਇਸ ਵੇਲੇ ਪੋਸਟਿੰਗ ਪਾਈ ਹੋਈ ਹੈ। ਪਹਿਲਾਂ 10 ਲੱਖ ਸੀ, 1 ਮਿਲੀਅਨ ਸੀ। ਬਿਲਕੁਲ ਠੀਕ ਹੈ, 30% ਚਲੀਆਂ ਗਈਆਂ। ਹਾਂਜੀ ਮਾਨ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ। ਜੀ ਆਇਆਂ ਨੂੰ ਜੀ, ਵੈਲਕਮ। ਸਤਿ ਸ਼੍ਰੀ ਅਕਾਲ ਰਿਸ਼ੀ ਜੀ, ਤੁਹਾਨੂੰ ਤੇ ਤੁਹਾਡੇ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਬਹੁਤ ਮਿਹਰਬਾਨੀ। ਤੇ ਮੌਰਗੇਜ ਬ੍ਰੋਕਰ GS ਮਾਨ ਜੀ ਦੇ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ। ਆਂਕੜੇ ਦੇ ਹਿਸਾਬ ਨਾਲ ਪਿਛਲੇ ਮਹੀਨੇ ਕਿੰਨੇ ਕੁ ਘਰ ਸੇਲ ਹੋਏ ਨੇ ਜੀ ਇਸ ਵਾਰ ਕੈਲਗਰੀ 'ਚ? ਜੀ ਅਸੀਂ ਸਿਰਫ ਨੰਬਰਾਂ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਪਿਛਲੇ ਮਹੀਨੇ ਅਪ੍ਰੈਲ ਦੇ ਵਿੱਚ 2700 ਘਰ ਵਿਕੇ। ਉਦੋਂ ਪਿਛਲੇ ਸਾਲ ਬਾਰੇ ਜੇ ਗੱਲ ਕਰੀਏ ਅਪ੍ਰੈਲ ਦੀ ਤਾਂ 3400 ਲਗਭਗ ਘਰ ਵਿਕੇ ਸਨ। ਪਰ ਜੇ ਮਾਰਚ ਨਾਲ ਕੰਪੇਅਰ ਕਰੀਏ ਪਿਛਲੇ ਮਹੀਨੇ ਦੇ ਨਾਲ, ਤਾਂ ਪਿਛਲੇ ਮਹੀਨੇ 2400 ਘਰ ਵਿਕੇ ਸੀ। ਇਸ ਮਹੀਨੇ ਜਿਹੜਾ ਆ 2700 ਘਰ ਵਿਕਿਆ ਹੈ। ਤੇ ਇੰਟਰਸਟ ਰੇਟ ਵਧੇ ਸਨ ਤਾਂ ਇਸ ਲਈ ਕਿ ਘਰਾਂ ਦੀਆਂ ਕੀਮਤਾਂ ਘਟ ਜਾਣ, ਪਰ ਹੁਣ ਇੰਟਰਸਟ ਰੇਟ ਵਧੇ ਹੋਏ ਨੇ ਤੇ ਘਰਾਂ ਦੀਆਂ ਪ੍ਰਾਈਸਿਸ ਵੀ ਵਧਣ ਲੱਗ ਪਈਆਂ ਨੇ। ਇਸ ਤਰ੍ਹਾਂ ਕੈਲਗਰੀ ਦੀ ਮਾਰਕੀਟ ਨੂੰ ਦੇਖਦਿਆਂ ਹੋਇਆਂ ਮਹਿਸੂਸ ਹੁੰਦਾ ਕਿ ਵਾਕਈ ਇਸ ਤਰ੍ਹਾਂ ਹੋ ਰਿਹਾ ਹੈ। ਜੇ ਹੋ ਰਿਹਾ ਤੇ ਇਸ ਤਰ੍ਹਾਂ ਦਾ ਕਾਰਨ ਕੀ ਹੈ? ਕਿਉਂ ਇਸ ਦਾ ਕਾਰਨ ਕੀ ਹੈ ਜੀ? ਇਹ ਬਿਲਕੁਲ ਸਹੀ ਹੈ। ਇਸ ਵੇਲੇ ਜੇ ਕੈਲਗਰੀ ਮਾਰਕੀਟ ਦੀ ਗੱਲ ਕਰੀਏ ਤਾਂ ਉਸ ਵਿੱਚ ਬੜ੍ਹੋਤੀ ਦੇਖਣ ਨੂੰ ਮਿਲ ਰਹੀ ਹੈ। ਜਿਵੇਂ ਕਿ ਪਹਿਲਾਂ ਵੀ ਅਸੀਂ ਬਹੁਤ ਵਾਰੀ ਕਹਿ ਚੁੱਕੇ ਹਾਂ ਕਿ ਵਿਆਜ ਵਧਾਉਣ ਨਾਲ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਹੁੰਦਾ ਹੈ, ਕਿਉਂਕਿ ਇੰਟਰਸਟ ਰੇਟ ਅਤੇ ਘਰਾਂ ਦੀਆਂ ਕੀਮਤਾਂ ਆਪਸ ਵਿੱਚ ਜ਼ਿਆਦਾ ਕਨੈਕਟਡ ਨਹੀਂ ਹਨ ਇਸ ਸਮੇਂ ਦੀ ਮਾਰਕੀਟ ਵਿੱਚ। ਇਸ ਦੇ ਕਈ ਰੀਜ਼ਨ, ਕਿਉਂਕਿ ਘਰਾਂ ਦੀ ਮਾਰਕੀਟ ਪਹਿਲਾਂ ਵੀ ਜਦੋਂ ਵਧਣੀ ਸ਼ੁਰੂ ਹੋਈ ਸੀ ਔਰ ਸਾਡੇ ਸ਼ਹਿਰ ਵਿੱਚ ਨਹੀਂ ਦੂਸਰੇ ਸ਼ਹਿਰਾਂ ਦੇ ਵਿੱਚ ਵੀ, ਤਾਂ ਉਹਦੇ ਵਿੱਚ ਜਿਹੜੇ ਮੇਨ ਰੀਜ਼ਨ ਸੀ ਉਹ ਸੀਗਾ ਡਿਮਾਂਡ ਐਂਡ ਸਪਲਾਈ ਦਾ। ਜਦੋਂ ਬਾਇਰਸ ਜ਼ਿਆਦਾ ਵੱਧ ਗਏ, ਇਨਵੈਂਟਰੀ ਘੱਟ ਗਈ, ਔਰ ਕਿਸੇ ਵੀ ਚੀਜ਼ ਦੀ ਜਦੋਂ ਜ਼ਰੂਰਤ ਜ਼ਿਆਦਾ ਹੈ ਔਰ ਖਰੀਦਦਾਰ ਜ਼ਿਆਦਾ ਨੇ ਔਰ ਚੀਜ਼ ਘੱਟ ਉਪਲਬਧ ਹੈ, ਤਾਂ ਉਸ ਦੀਆਂ ਕੀਮਤਾਂ ਵਿੱਚ ਵਾਧਾ ਹੋ ਜਾਂਦਾ। ਰॉ ਮਟੀਰੀਅਲ ਦੀ ਪ੍ਰਾਈਸਿਸ, ਜਿਵੇਂ ਕਿ ਆਪਾਂ ਸਭ ਜਾਣਦੇ ਹਾਂ, ਕੰਸਟਰਕਸ਼ਨ ਕਾਸਟ, ਲੇਬਰ ਕਾਸਟ, ਸਾਰੀਆਂ ਚੀਜ਼ਾਂ ਦੇ ਵਿੱਚ ਮਹਿੰਗਾਈ ਹੋ ਚੁੱਕੀ ਹੈ। ਸੋ ਇਸ ਕਰਕੇ ਉਹਨੇ ਘਰਾਂ ਦੀ ਕੀਮਤਾਂ ਦੇ ਵਿੱਚ ਤਾਂ ਲਾਜ਼ਮੀ ਹੀ ਵਾਧਾ ਕਰਨਾ ਹੈ। ਇੰਟਰਸਟ ਰੇਟ ਵਧਣ ਨਾਲ ਜਿਹੜੇ ਮੂਵਰਸ ਨੇ ਕੈਲਗਰੀ ਨੂੰ ਖਾਸ ਕਰਕੇ, ਜਿਹੜੇ ਹੁਣ ਇਸ ਸਮੇਂ ਵਿੱਚ ਬਿਲਕੁਲ ਹੀ ਓਨਟਾਰੀਓ ਦੇ ਵਿੱਚ ਜਾਂ ਵੈਨਕੂਵਰ ਦੇ ਵਿੱਚ, BC ਦੇ ਵਿੱਚ, ਜਿੱਥੇ ਕਿ ਘਰਾਂ ਦੀਆਂ ਪ੍ਰਾਈਜ਼ਾਂ ਆਲਮੋਸਟ ਡਬਲ ਨੇ, ਉਹ ਉੱਥੋਂ ਆਪਣੀ ਐਟਲੀਸਟ ਸੇਵਿੰਗ ਕਰਨ ਲਈ, ਜਦੋਂ ਕਿ ਇੰਟਰਸਟ ਰੇਟ ਵੀ ਵੱਧ, ਉਹ ਵੀ ਕੈਲਗਰੀ ਵਰਗੇ ਸ਼ਹਿਰਾਂ ਨੂੰ ਅਟਰੈਕਟ ਹੁੰਦੇ ਨੇ ਹੋਰ ਜ਼ਿਆਦਾ, ਔਰ ਇੱਥੇ ਆ ਕੇ ਸੈਟਲ ਹੋਣ ਦੀ ਕੋਸ਼ਿਸ਼ ਕਰਦੇ ਨੇ। ਸੋ ਇਹ 2-3 ਜ਼ਿਆਦਾ ਮੇਜਰ ਫੈਕਟਰ ਨੇ ਜਿਹਦਾ ਕਰਕੇ ਕੈਲਗਰੀ ਦੀ ਮਾਰਕੀਟ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ। ਇਸੇ ਕਰਕੇ ਜਿਹੜੀ ਇਨਵੈਂਟਰੀ ਦੀ ਸ਼ਾਰਟੇਜ ਹੈ, ਕੀਮਤਾਂ ਦੇ ਵੱਧ ਰਹੀਆਂ ਨੇ। ਵੈਨਕੂਵਰ BC ਦੇ ਵਿੱਚ ਵੀ ਹੁਣ ਜਿਵੇਂ ਕਿ ਸੁਣਨ ਨੂੰ ਮਿਲ ਰਿਹਾ ਹੈ ਕਿ ਥੋੜ੍ਹਾ ਜਿਹਾ ਪਹਿਲਾਂ ਨਾਲੋਂ ਸੇਲਸ ਵਧੀਆ ਨੇ। ਜੇ ਆਪਾਂ ਟੋਰਾਂਟੋ ਦੀ ਗੱਲ ਕਰੀਏ ਤਾਂ 27% ਉੱਥੇ ਸੇਲਸ ਪਿਛਲੇ ਮਹੀਨੇ ਵਧੀਆਂ ਨੇ। ਮੌਂਟਰੀਅਲ ਵਿੱਚ 12%। ਇਹ BNN ਦੇ ਹਿਸਾਬ ਦੇ ਨਾਲ ਇਹ ਸੇਲਸ ਦੇ ਨੰਬਰ ਆਪਾਂ ਪਿਕ ਕੀਤੇ ਨੇ। ਕੈਲਗਰੀ ਵਿੱਚ 28% ਪਿਛਲੇ ਮਹੀਨੇ ਨਾਲੋਂ ਜਿਹੜੇ ਸੇਲਸ ਵੱਧ ਦੇਖਣ ਨੂੰ ਮਿਲੀਆਂ ਨੇ। ਅਤੇ ਇੱਕ ਹੋਰ ਮਾਨ ਸਾਹਿਬ, ਜਦੋਂ ਪਹਿਲਾਂ ਕੀਮਤਾਂ ਬਹੁਤ ਵੱਧ ਗਈਆਂ ਸੀ ਤਾਂ ਫਿਰ ਬੈਂਕ ਵਿਆਜ ਦਰਾਂ ਵੱਧ ਗਈਆਂ ਵੀ ਕੀਮਤਾਂ ਘੱਟ ਹੋਣਗੀਆਂ, ਅਤੇ ਹੁਣ ਫਿਰ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ। ਹੁਣ ਇੰਟਰਸਟ ਰੇਟ ਹੋਰ ਤਾਂ ਨਹੀਂ ਵੱਧ ਜਾਊਗਾ ਜੀ? ਇਹ ਪਿਛਲੇ ਮਹੀਨੇ ਜਿਹੜਾ ਆ ਜਿਹੜੇ ਕੁਛ ਇਕੋਨਮਿਸਟ ਨੇ, ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਹਜੇ ਹੋਰ ਵੀ ਇੰਟਰਸਟ ਰੇਟ ਵਧਾਉਣਾ ਚਾਹੀਦਾ ਹੈ। ਸਰਕਾਰ ਨੇ ਜਿਹੜਾ ਉਹਨੂੰ ਹਜੇ ਪੌਜ਼ ਕਰ ਦਿੱਤਾ ਹੈ। ਪੌਜ਼ ਦਾ ਮਤਲਬ ਆਪਾਂ ਸਾਰੇ ਸਮਝਦੇ ਕਿ ਕਿਸੇ ਵੇਲੇ ਵੀ ਪਲੇ
ਹੋ ਸਕਦਾ ਹੈ ਫਿਰ ਦੁਬਾਰਾ। ਸੋ ਇਹ ਕਹਿਣਾ ਬਹੁਤ ਹੀ ਮੁਸ਼ਕਿਲ ਹੈ ਕਿ ਕਿਉਂਕਿ ਹਜੇ ਵੀ ਜੇ ਆਪਾਂ ਪਿਛਲੇ 20 ਸਾਲਾਂ ਦੇ ਹਿਸਾਬ ਨਾਲ ਦੇਖੀਏ ਤਾਂ ਜਿਹੜਾ ਬੈਂਕ ਆਫ ਕੈਨੇਡਾ ਦਾ ਇੰਟਰਸਟ ਰੇਟ ਆ ਕੋਈ ਮੈਕਸੀਮਾਈਜ਼ ਨਹੀਂ ਹੋਇਆ। ਉਹ ਵਧਾ ਵੀ ਸਕਦੇ ਨੇ, ਪਰ ਹਜੇ ਉਹ ਜਿਹੜਾ ਗੌਰਮੈਂਟ ਹੈ, ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕਿਉਂ ਜ਼ਿਆਦਾ ਇੰਟਰਸਟ ਰੇਟ ਅਤੇ ਪ੍ਰਾਈਸਿਸ ਦੇ ਵਿੱਚ ਕੰਪੇਅਰ ਕਰ ਰਹੇ ਨੇ, ਕਿਉਂਕਿ ਜਿੱਦਾਂ ਆਪਾਂ ਹੁਣੇ ਗੱਲ ਕੀਤੀ ਕਿ ਬਹੁਤ ਸਾਰੇ ਹੋਰ ਫੈਕਟਰ ਨੇ। ਪਾਪੂਲੇਸ਼ਨ ਗਰੋਥ ਹੈ, ਇਮੀਗ੍ਰੇਸ਼ਨ ਹੈ, ਔਰ ਡਿਮਾਂਡ ਐਂਡ ਸਪਲਾਈ ਹੈ। ਸਾਰੀ ਦੁਨੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਫੈਕਟਰ ਆਪਾਂ ਅੱਗੇ ਵੀ ਗੱਲ ਕਰ ਚੁੱਕੇ ਹਾਂ। ਗੈਸ ਆਇਲ ਵੱਧ ਗਿਆ ਹੈ ਇੰਨਾ ਜ਼ਿਆਦਾ, ਹੁਣ ਪ੍ਰਾਈਸਿਸ ਹੋਈਆਂ ਨੇ ਜਿਹੜੀਆਂ ਗੈਸ ਦੀਆਂ, ਜਿਹੜੀ ਸਪਲਾਈ ਹੈ ਕੈਨੇਡਾ ਦੀ, ਔਰ ਹੋਰ ਵੀ ਬਹੁਤ ਸਾਰੇ ਜਿਹੜੇ ਫੈਕਟਰ ਨੇ ਜਿਹੜੇ ਉਹ ਇੰਟਰਸਟ ਰੇਟ ਤੋਂ ਇਲਾਵਾ ਨੇ। ਇਹ ਨੈਚੁਰਲੀ ਹੀ ਇੱਕ ਚੀਜ਼ ਹੈ ਕਿ ਆਫਟਰ ਕੋਵਿਡ ਹਰ ਚੀਜ਼ ਮਹਿੰਗੀ ਹੋ ਗਈ ਹੈ। ਹੁਣ ਹਰ ਚੀਜ਼ ਮਹਿੰਗੀ ਹੋ ਗਈ ਹੈ ਤਾਂ ਉਹਨੂੰ ਗੌਰਮੈਂਟ ਨੂੰ ਸਹੂਲਤ ਦੇਣ ਵਾਸਤੇ ਘੱਟੋ ਘੱਟ ਵਿਆਜ ਦਰਾਂ, ਮੈਂ ਇਹ ਨਹੀਂ ਕਹਿੰਦਾ ਮਿਨੀਮਮ, ਬਟ ਇੱਕ ਰੈਗੂਲਰ ਪੇਸ ਦੇ ਉੱਤੇ ਰੱਖਣੀਆਂ ਚਾਹੀਦੀਆਂ, ਬਜਾਏ ਕਿ ਉਹ ਸਜ਼ਾ ਰੂਪੀ ਬਹੁਤ ਜ਼ਿਆਦਾ ਐਕਸਟਰਾ ਵਧਾ ਦਿੱਤੀਆਂ ਜਾਣ। ਪਰ ਇਸ ਵੇਲੇ ਜਿਵੇਂ ਆਪਾਂ ਸੁਣ ਰਹੇ ਹਾਂ ਖਬਰਾਂ ਦੇ ਵਿੱਚ, ਗੌਰਮੈਂਟ ਨੇ ਦੱਸਿਆ ਹੈ ਕਿ ਇਨਫਲੇਸ਼ਨ ਜਿਹੜੀ ਆ 8.1 ਤੋਂ ਲੈ ਕੇ 4.3 ਤੇ ਆ ਗਈ ਹੈ ਜੀ, ਕਿ ਅਸੀਂ ਵਿਆਜ ਵਧਾ ਦਿੱਤਾ ਤਾਂ ਇਸ ਕਰਕੇ ਜਿਹੜੀ ਇਨਫਲੇਸ਼ਨ ਘਟ ਗਈ। ਉਹ ਘਟ ਗਈ ਹੈ, ਉਹ ਕਹਿੰਦੇ 3% 'ਤੇ ਵੀ ਜਾ ਸਕਦੀ ਹੈ ਮਿਡ ਈਅਰ ਦੇ ਵਿੱਚ। ਪਰ ਇੱਥੇ ਮੈਂ ਇਹ ਵੀ ਮੈਂਸ਼ਨ ਕਰ ਦਿਆਂ ਕਿ ਇਨਫਲੇਸ਼ਨ ਦੇ ਘਟਣ ਦੇ ਹੋਰ ਵੀ ਬੜੇ ਮੇਜਰ ਰੀਜ਼ਨ ਨੇ, ਨਾ ਕਿ ਵਿਆਜ ਦਰਾਂ। ਜਿੰਨੀ ਕਿ ਇਨਫਲੇਸ਼ਨ ਘਟੀ ਹੈ ਉਹਦਾ ਮੇਜਰ ਸੈਕਟਰ ਹੈ ਕਿ ਪਿਛਲੇ ਸਮੇਂ ਦੇ ਵਿੱਚ ਮਾਰਕੀਟ ਦੇ ਵਿੱਚ 90% ਇੰਪਲੋਇਰ ਜਿਹੜੇ ਸੀ ਉਹ ਹਾਇਰਿੰਗ ਕਰ ਰਹੇ ਸੀ। ਹੁਣ ਇਸ ਵੇਲੇ ਉਹ ਸਿਰਫ 70% ਲੋਕ ਜਿਹੜੇ ਆ ਹਾਇਰਿੰਗ ਕਰ ਰਹੇ ਆ। ਸਹੀ ਆ। 20% ਜਿਹੜਾ ਆ ਜੋਬ ਲੋਸ ਹੋ ਚੁੱਕਿਆ ਆ। ਇਹ BNN ਦੀ ਰਿਪੋਰਟ ਆ, ਜਿਹਦੇ 10 ਲੱਖ ਵਿੱਚੋਂ 70,000 ਜੋਬਸ ਦੀ ਹੁਣ ਇਸ ਵੇਲੇ ਪੋਸਟਿੰਗ ਪਾਈ ਹੋਈ ਹੈ। ਪਹਿਲਾਂ 10 ਲੱਖ ਸੀ, 1 ਮਿਲੀਅਨ ਸੀ। ਬਿਲਕੁਲ ਠੀਕ ਹੈ, 30% ਚਲੀਆਂ ਗਈਆਂ। ਹਾਂਜੀ, ਸੋ ਇਸ ਕਰਕੇ ਉਹ ਜਿਹੜਾ ਸਾਰਿਆਂ ਨਾਲੋਂ ਵੱਡਾ ਮੇਜਰ ਫੈਕਟਰ ਹੈ, ਜਿੰਨਾ ਕਿ ਵੀ ਇਸ ਨੂੰ, ਨਾ ਕਿ ਮੇਰੇ ਹਿਸਾਬ ਨਾਲ ਇੰਟਰਸਟ ਰੇਟ ਨੇ ਤਾਂ ਠੀਕ ਹੈ। ਜਿਹੜੀ ਰੀਅਲ ਸਟੇਟ ਮਾਰਕੀਟ ਹੈ ਉਹ ਆਪਾਂ ਜੇ ਇੰਡੀਆ ਨਾਲ ਕੰਪੇਅਰ ਕਰੀਏ ਜਾਂ ਹੋਰ ਕੰਟਰੀਜ਼ ਨਾਲ ਕੰਪੇਅਰ ਕਰੀਏ ਤਾਂ ਕੈਨੇਡਾ ਦੀ ਇੱਕ ਮੇਜਰ ਡਿਫਰੈਂਸ ਹੈ। ਇੱਥੇ ਲੋਕ ਇਮੀਗ੍ਰੇਸ਼ਨ ਦੇ ਥਰੂ ਆਉਂਦੇ ਨੇ ਔਰ ਬਹੁਤ ਸਾਰੀਆਂ ਫੈਮਲੀਜ਼ ਹਰ ਮਹੀਨੇ ਇੰਟਰੋਡਿਊਸ ਹੋ ਰਹੀਆਂ ਨੇ। ਸੋ ਜੇ ਅਸੀਂ ਕੈਲਗਰੀ ਦੀ ਗੱਲ ਕਰੀਏ ਤਾਂ ਕੈਲਗਰੀ ਨੂੰ 2 ਤੋਂ 3 ਹਜ਼ਾਰ ਘਰ ਹਰ ਮਹੀਨੇ ਵੇਚਣਾ ਇੱਕ ਐਵਰੇਜ ਹੈ। ਸੋ ਜੇ ਉਹ ਘਰ ਘੱਟ ਵਿਕ ਰਿਹਾ ਹੈ, ਮੰਨ ਲਓ ਕਿਸੇ ਵੀ ਕਾਰਨ, ਜਿਵੇਂ ਇੰਟਰਸਟ ਰੇਟ ਵੱਧ ਗਏ, ਹੁਣ ਇਸ ਮਹੀਨੇ ਆਪਾਂ ਕਹੀਏ 2700 ਵਿਕਿਆ ਜਾਂ ਪਹਿਲਾਂ 1700 ਵਿਕਿਆ, ਤਾਂ ਉਹ ਜਿਹੜਾ 1000-1500 ਬਾਇਰ ਹੈ ਉਹ ਸਿਰਫ ਅਤੇ ਸਿਰਫ ਇਕੱਠਾ ਹੋ ਰਿਹਾ। ਉਹ ਸਿਰਫ ਜਿਹੜਾ ਆ ਉਹ ਕਿਸੇ ਨਾ ਕਿਸੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਦੋਂ ਇਕੱਠੇ ਹੋ ਕੇ ਕਿਸੇ ਵੀ ਫੈਕਟਰ ਕਾਰਨ ਇੰਟਰਸਟ ਰੇਟ ਘੱਟ ਗਏ, ਕੋਈ ਰਿਸਟ੍ਰਿਕਸ਼ਨ ਲੱਗ ਗਈ, ਜਾਂ ਹੁਣ ਲੋਕਾਂ ਨੇ ਸੋਚਿਆ ਜੀ ਬਹੁਤ ਹੋ ਗਿਆ ਇਹ ਤਾਂ ਇੱਦਾਂ ਹੀ ਚੱਲਦਾ ਰਹਿਣਾ, ਸਾਨੂੰ ਆਪਣਾ ਕਰ ਲੈਣਾ ਚਾਹੀਦਾ, ਉੱਥੇ ਆ ਕੇ ਫਿਰ ਉਹ ਪ੍ਰਾਈਸਿਸ ਦੇ ਵਿੱਚ ਬਹੁਤ ਜ਼ਿਆਦਾ ਫਰਕ ਪਾ ਦਿੰਦੇ ਨੇ। ਅਤੇ ਜਿਵੇਂ ਤੁਸੀਂ ਦੱਸਿਆ ਜੀ ਕਿ ਇਨਫਲੇਸ਼ਨ 4.3 'ਤੇ ਆ ਗਈ, ਬੈਂਕ ਰੌਲਾ ਪਾ ਰਿਹਾ, ਮੀਡੀਆ ਰੌਲਾ ਪਾ ਰਿਹਾ, ਅਸੀਂ ਰੌਲਾ ਪਾ ਰਹੇ ਹਾਂ ਜੀ ਮਹਿੰਗਾਈ ਘੱਟ ਗਈ। ਕਿੱਥੋਂ ਘਟੀ ਆ? ਕਿਹੜੀਆਂ ਚੀਜ਼ਾਂ ਸਸਤੀਆਂ ਹੋਈਆਂ ਨੇ? ਜੀ ਅਖਬਾਰਾਂ ਤੇ ਵੈਬਸਾਈਟ ਦੇ ਤਾਂ ਇਹੀ ਕਿਹਾ ਜਾਂਦਾ ਹੈ। ਦੇਖੋ ਤੁਸੀਂ ਰੇਡੀਓ ਵੀ ਕਹੋ, ਬੇਸ਼ੱਕ ਤੁਸੀਂ, ਕੋਈ ਨਹੀਂ, ਅਸੀਂ ਵਿੱਚ ਹੀ ਹੁੰਦੇ ਹਾਂ। ਨਹੀਂ ਦੇਖੋ ਜੀ, ਹਰ ਕਿਸੇ ਦਾ ਆਪੋ ਆਪਣਾ ਕੰਮ ਹੈ ਅਤੇ ਕੰਮ ਦੇ ਵਿੱਚ ਦੋਨੋਂ ਚੀਜ਼ਾਂ ਜੁੜੀਆਂ ਹੁੰਦੀਆਂ ਨੇ, ਚੰਗੀਆਂ ਅਤੇ ਮਾੜੀਆਂ। ਜੀ ਉਹਦੇ ਲਈ ਆਪਾਂ ਕਿਸੇ ਨੂੰ ਵੀ ਬਲੇਮ ਨਹੀਂ ਕਰ ਸਕਦੇ। ਪਰ ਇਹ ਹੈ ਕਿ ਜੋ ਖਬਰ ਹੈ, ਹੁਣ ਜੋ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਗਵਰਨਰ ਕਹੇਗਾ, ਆਪਾਂ ਤਾਂ ਉਹੀ ਰਿਲੇਟ ਕਰ ਰਹੇ ਹਾਂ। ਜੀ। ਪਰ ਜੇ ਆਪਣੀ ਪਰਸਨਲ ਨਿੱਜੀ ਤੌਰ 'ਤੇ ਗੱਲ ਦੇਖੀਏ ਤਾਂ ਮੈਨੂੰ ਤਾਂ ਹਜੇ ਤੱਕ ਸਵੇਰ ਵਾਲੀ ਕੌਫੀ ਵੀ ਮਹਿੰਗੀ ਲੱਗਦੀ ਹੈ, ਸਸਤਾ ਕੁਛ ਨਹੀਂ ਹੋਇਆ। ਪਰ ਉਹਨਾਂ ਦੇ ਕਹਿਣ ਦੇ ਮੁਤਾਬਕ 8.1 ਤੋਂ ਘੱਟ ਕੇ 4.3। ਜੇ ਅਸੀਂ ਉਹਨਾਂ ਦਾ CPI ਇੰਡੈਕਸ ਚਾਰਟ ਦੇਖੀਏ ਤਾਂ ਸਾਰਿਆਂ ਨਾਲੋਂ ਜ਼ਿਆਦਾ ਫੈਕਟਰ ਪਾਇਆ ਜੀ ਰੀਕ੍ਰੀਏਸ਼ਨ ਨੇ। ਜੀ, ਰੀਕ੍ਰੀਏਸ਼ਨ ਉਹ ਕਹਿੰਦੇ ਜੀ 2.3 'ਤੇ ਆ ਗਈ ਹੈ ਜਿਹੜੀ ਇਨਫਲੇਸ਼ਨ ਹੈ ਨਾ, ਉਹਨੇ ਜ਼ਿਆਦਾ ਫਰਕ ਪਾਇਆ। ਪਰ ਮੈਨੂੰ ਨਹੀਂ ਲੱਗਦਾ ਕਿ ਟਰੈਵਲ ਕਰਨਾ ਜਾਂ ਕਿਸੇ ਤੁਸੀਂ ਘੁੰਮਣ ਜਾ ਰਹੇ ਹੋ ਉਹਨਾਂ ਦੇ ਪ੍ਰਾਈਸਿਸ ਦੇ ਵਿੱਚ ਕੁਛ ਵੀ ਘਾਟਾ ਹੋਇਆ। ਪਰ ਜਿੱਥੇ ਗੌਰਮੈਂਟ ਨੇ ਇਹ ਕਿਹਾ ਕਿ 8.1 ਤੋਂ ਘੱਟ ਕੇ 4.3 'ਤੇ ਆ ਗਈਆਂ ਔਰ ਅੱਗੇ ਅਸੀਂ ਇਹਨੂੰ ਲਿਜਾ ਕੇ 2% ਤੱਕ ਵੀ ਲਿਜਾ ਸਕਦੇ ਨੇ, ਤਾਂ ਗੌਰਮੈਂਟ ਦੇ ਕਹਿਣ ਮੁਤਾਬਕ ਲੇਬਰ ਮਾਰਕੀਟ ਨੀਡਸ ਟੂ ਬੀ ਰੀਬੈਲੈਂਸ। ਉਹਨਾਂ ਨੇ 3 ਮੇਜਰ ਰੀਜ਼ਨ ਦਿੱਤੇ ਨੇ ਇਸ ਚੀਜ਼ ਦੇ ਕਿ ਜਿਹੜੀ ਲੇਬਰ ਮਾਰਕੀਟ ਹੈ ਉਹਨੂੰ ਰੀਬੈਲੈਂਸ ਹੋਣ ਦੀ ਲੋੜ ਹੈ। ਬਿਜ਼ਨਸ ਨੀਡਸ ਟੂ ਸਲੋ
ਪ੍ਰਾਈਸ ਇਨਕਰੀਜ਼। ਸੋ ਉਹ ਇਹ ਨਹੀਂ ਕਹਿੰਦੇ ਕਿ ਪ੍ਰਾਈਸ ਇਨਕਰੀਜ਼ ਨਾ ਕਰੋ, ਸਲੋ ਕਰੋ, ਯਾਨੀ ਕਿ ਜਿਹੜੀ 6 ਮਹੀਨਿਆਂ 'ਚ ਕਰਨੀ ਕੀਮਤ ਉਹ ਸਾਲ 'ਚ ਵਧਾਓ। ਲਾਸਟ ਜਿਹੜਾ ਤੀਜੀ ਮੇਜਰ ਗੱਲ ਹੈ, ਇਨਫਲੇਸ਼ਨ ਐਕਸਪੈਕਟੇਸ਼ਨ ਨੀਡਸ ਟੂ ਕਮ ਡਾਊਨ। ਸੋ ਇਨਫਲੇਸ਼ਨ ਐਕਸਪੈਕਟੇਸ਼ਨ ਨੀਡਸ ਟੂ ਕਮ ਡਾਊਨ ਦਾ ਮਤਲਬ ਹੈ, ਜੇ ਆਪਾਂ ਇਹਨੂੰ ਸਿੰਪਲ ਭਾਸ਼ਾ ਦੇ ਵਿੱਚ ਗੱਲ ਕਰੀਏ, ਕਿ ਅਸੀਂ ਸਾਰੇ ਲੋਕ ਇਹ ਸਮਝਣਾ ਬੰਦ ਕਰ ਦਈਏ ਕਿ ਮਹਿੰਗਾਈ ਹੋ ਰਹੀ ਆ। ਇਹ ਗਵਰਨਰ ਸਾਹਿਬ ਦਾ ਜਿਹੜਾ ਬਿਆਨ ਆਇਆ, ਉਹ ਕਹਿੰਦੇ ਇਹ ਸਾਡਾ ਸਿਰਫ ਇਹ ਮੰਨਣ ਨਾਲ ਕਿ ਮਹਿੰਗਾਈ ਹੋ ਰਹੀ ਹੈ, ਇਹ ਵੀ ਇੱਕ ਫੈਕਟਰ ਹੈ ਜਿਹੜਾ ਮਹਿੰਗਾਈ ਦੇ ਉੱਤੇ ਅਸਰ ਪਾਉਂਦਾ ਹੈ। ਜੇ ਅਸੀਂ ਇਹ ਮੰਨ ਲਈਏ ਕਿ ਨਹੀਂ ਇਹ ਗੱਲ ਗਲਤ ਹੈ, ਹੁਣ ਇਨਫਲੇਸ਼ਨ 8.1 ਤੋਂ ਘੱਟ ਕੇ 4.3 'ਤੇ ਆ ਗਈ ਹੈ, ਅਤੇ ਇਹ ਹੋਰ ਵੀ ਜ਼ਿਆਦਾ ਸਾਡੀ ਹੈਲਪ ਕਰੇਗੀ ਇਹ ਕਿ ਇਨਫਲੇਸ਼ਨ ਨੂੰ 3 ਤੋਂ 2% ਦੇ ਵਿੱਚ ਲੈ ਕੇ ਜਾਣ ਲਈ। ਸੋ ਸਾਨੂੰ ਭਾਵੇਂ ਇਨਫਲੇਸ਼ਨ ਹੈ ਜਾਂ ਨਹੀਂ ਹੈ, ਪਰ ਸਾਨੂੰ ਸਮਝ ਲੈਣਾ ਚਾਹੀਦਾ ਕਿ ਨਹੀਂ ਹੈ। ਸੋ ਇਹ ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜਾ 3 ਮੇਨ ਰੀਜ਼ਨ ਦਿੱਤੇ ਗਏ ਸੀ, ਔਰ ਨਾਲ ਇਹ ਦੱਸਿਆ ਗਿਆ ਸੀ ਕਿ ਇਨਫਲੇਸ਼ਨ ਹੁਣ ਜਿਹੜੀ ਆ 4.3 'ਤੇ ਆ ਗਈ। ਮੈਂ ਨਹੀਂ ਕਹਿੰਦਾ, ਆਪੋ ਆਪਣੇ ਹਰ ਬੰਦੇ ਦੀ ਪ੍ਰਸਥਿਤੀ ਹੈ, ਹਰ ਬੰਦੇ ਦੀ ਆਪੋ ਆਪਣੀ ਨਜ਼ਰੀਆ ਹੈ। ਸੋ ਹੋ ਸਕਦਾ ਕਿਸੇ ਸੈਕਟਰ ਦੇ ਵਿੱਚ ਇਹ ਜਿਹੜੀ ਆ ਪ੍ਰਾਈਸਿਸ ਜਿਹੜੀਆਂ ਉਹ ਘੱਟ ਗਈਆਂ ਹੋਣ, ਕੀਮਤਾਂ ਕੁਛ ਘੱਟ ਗਈਆਂ ਹੋਣ, ਪਰ ਹਜੇ ਤੱਕ ਜੋ ਮੈਨੂੰ ਨਜ਼ਰ ਆ ਰਿਹਾ ਉਹ ਸਿਰਫ ਇਹ ਅਖਬਾਰਾਂ ਦੇ ਅੰਕੜੇ ਨੇ। ਹੋਰ ਰੀਅਲੀ ਕਿਸੇ ਚੀਜ਼ ਦੇ ਵਿੱਚ ਇਹ ਨਜ਼ਰ ਨਹੀਂ ਆਇਆ ਕਿ ਪ੍ਰਾਈਸਿਸ ਘੱਟ ਗਈਆਂ। ਬਿਲਕੁਲ ਠੀਕ ਹੈ। ਇਹ ਕਹਿਣਾ ਕਿ ਇੰਟਰਸਟ ਰੇਟ ਘਟਣਗੇ ਜਾਂ ਵਧਣਗੇ ਤਾਂ ਅਜੇ ਮੁਸ਼ਕਲ ਹੈ ਜੀ, ਵੱਧ ਵੀ ਸਕਦੇ ਨੇ, ਇਹ ਵੀ ਇਕੋਨੋਮਿਸਟ ਮੰਗ ਰਹੇ ਨੇ। ਅਜੇ ਕੁਝ ਕਿਹਾ ਨਹੀਂ ਜਾ ਸਕਦਾ, ਪਰ ਇਹ ਤਾਂ ਨਜ਼ਰ ਆ ਰਿਹਾ ਕਿ ਘਰਾਂ ਦੀਆਂ ਕੀਮਤਾਂ ਵੱਧ ਰਹੀਆਂ ਨੇ, ਸੇਲ ਵੀ ਵੱਧ ਰਹੀ ਹੈ। ਤਾਂ ਅਜਿਹੇ ਵਿੱਚ ਸਾਨੂੰ ਇਹ ਦੱਸੋ ਕਿ ਨੰਬਰ ਆਫ ਸੇਲਸ ਵੱਧ ਰਹੀਆਂ ਨੇ, ਕੀਮਤਾਂ ਵੱਧ ਰਹੀਆਂ ਨੇ, ਤਾਂ ਵਿਆਜ ਦਰਾਂ ਕਿਵੇਂ ਰੁਕੀਆਂ ਰਹਿਣਗੀਆਂ? ਤੁਹਾਡਾ ਕੀ ਕਹਿਣਾ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਸਿਚੁਏਸ਼ਨ? ਜੀ ਇਸ ਲਈ ਜੇ ਆਪਾਂ ਪਿਛਲੇ ਸਾਲ ਕੈਲਗਰੀ ਵਿੱਚ ਗੱਲ ਕਰੀਏ, ਜਦੋਂ ਕਿ ਆਪਾਂ ਕਹਿੰਦੇ ਸੀ ਕਿ ਕੁਝ ਸਮੇਂ ਲਈ ਕੈਲਗਰੀ ਦੇ ਵਿੱਚ ਪ੍ਰਾਈਸਿਸ ਵਧੀਆਂ ਨੇ, ਉਦੋਂ 3400 ਘਰ ਲਾਸਟ ਈਅਰ ਅਪ੍ਰੈਲ ਦੇ ਵਿੱਚ ਵਿਕਿਆ ਸੀ, ਵਰਸਿਸ ਇਸ ਸਾਲ ਜੇ ਨੰਬਰਾਂ ਦੇ ਹਿਸਾਬ ਨਾਲ ਜਿਵੇਂ ਆਪਾਂ ਸ਼ੁਰੂ 'ਚ ਗੱਲ ਕੀਤੀ 2700 ਵਿਕਿਆ। ਪਰ ਉਹਦੇ ਵਿੱਚ ਇੱਕ ਮੇਜਰ ਫੈਕਟਰ ਹੋਰ ਵੀ ਹੈ ਕਿ ਜਿਹੜਾ ਪਿਛਲੇ ਸਾਲ 3400 ਘਰ ਵਿਕਿਆ ਸੀ, ਉਸ ਮਹੀਨੇ ਦੀ ਇਨਵੈਂਟਰੀ ਆਲਮੋਸਟ 5000 ਘਰ ਸੀ, 4875 ਘਰ ਸੀਗੇ। ਪਰ ਇਸ ਸਾਲ ਦੀ ਜੇ ਆਪਾਂ ਗੱਲ ਕਰੀਏ ਤਾਂ ਜਿੱਥੇ ਕਿ ਅਪ੍ਰੈਲ ਦੇ ਵਿੱਚ ਲਗਭਗ 3200 ਲਿਸਟਿੰਗ ਹੀ ਆਈਆਂ, ਇਨਵੈਂਟਰੀ ਆਈ ਹੈ, ਉਹਦੇ ਵਿੱਚੋਂ 2700 ਵਿਕੀ। ਸੋ ਹਮੇਸ਼ਾ ਜੇ ਆਪਾਂ ਪਿਛਲੇ 10 ਮਹੀਨੇ, ਪਿਛਲੇ ਸਾਲ 2 ਸਾਲ ਦੇ ਵਿੱਚ ਰੀਅਲ estate ਮਾਰਕੀਟ ਦੀ ਗੱਲ ਕਰੀਏ ਤਾਂ ਉਹਦੇ ਵਿੱਚ 1000 ਕੁ ਘਰ ਇਨਵੈਂਟਰੀ ਤੋਂ ਘੱਟ ਵਿਕਦਾ। ਪਰ ਹੁਣ ਜਿਹੜਾ ਆ ਕਿ ਇਨਵੈਂਟਰੀ ਬਚਣ ਵਾਲੀ ਗੱਲ ਜਾਂ ਕੰਟੀਨਿਊ ਕਰਨ ਵਾਲੀ, ਪਿਛਲੇ ਮਹੀਨੇ ਜਿਹੜਾ ਸਿਰਫ 500 ਘਰ ਹੀ ਬਚਿਆ, ਯਾਨੀ ਕਿ 3200 ਦੇ ਵਿੱਚੋਂ 2700 ਵਿਕ ਗਿਆ। ਸੋ ਉਹ ਜਿਹੜਾ 1000 ਘਰ ਇਨਵੈਂਟਰੀ, ਕੰਟੀਨਿਊ ਇਨਵੈਂਟਰੀ ਐਵਰੀ ਡੇ ਘੱਟ ਰਹੀ ਹੈ। ਬਾਇਰਸ ਜਿਵੇਂ ਕਿ ਆਪਾਂ ਗੱਲ ਕੀਤੀ ਕਿ 2400 ਸੀ, 2700 ਹੋ ਗਿਆ ਪਿਛਲੇ ਮਹੀਨੇ। ਹੁਣ ਹੋਰ ਵੀ ਜਿਹੜਾ ਆ ਇਹ, ਹਾਲਾਂਕਿ ਦੋਨੋਂ ਹੀ ਜਿਹੜੇ ਆ ਟੈਕਸ ਮੰਥ ਹੁੰਦੇ ਨੇ, ਲੋਕ ਬਿਜ਼ੀ ਹੁੰਦੇ ਨੇ ਆਪਣੇ ਟੈਕਸ ਫਾਈਲ ਕਰਨ ਦੇ ਵਿੱਚ, ਤਾਂ ਹੁਣ ਉਹਨਾਂ ਨੇ ਟੈਕਸ ਫਾਈਲ ਕਰਨ ਤੋਂ ਬਾਅਦ ਆਪਣਾ ਸਾਰਾ ਜਿਹੜਾ ਆ ਅਕਾਊਂਟਿੰਗ ਵਗੈਰਾ ਦੇਖ ਕੇ ਸਮਝ ਕੇ ਜ਼ਿਆਦਾਤਰ ਲੋਕ ਇਹ ਸਮਰ ਦੇ ਵਿੱਚ, ਸਪਰਿੰਗ ਸਮਰ ਦੇ ਵਿੱਚ ਘਰ ਖਰੀਦਣ ਜਾਂਦੇ ਨੇ। ਸੋ ਇਹਦੇ ਲਈ ਜਿਹੜਾ ਇਸ ਵੇਲੇ ਇਨਵੈਂਟਰੀ ਦਾ ਇੱਦਾਂ ਦੇ ਮੌਕੇ 'ਤੇ ਆ ਕੇ ਘਟਣਾ, ਇਹ ਪਿਛਲੇ ਸਾਲ ਦੇ ਜਨਵਰੀ ਫਰਵਰੀ ਤੋਂ ਵੀ ਜ਼ਿਆਦਾ ਕੰਮ ਖਤਰਨਾਕ ਦੇਖਣ ਨੂੰ ਨਜ਼ਰ ਆ ਰਿਹਾ, ਕਿਉਂਕਿ ਜਿਹੜੇ ਮੰਥ ਨੇ ਸਕੂਲੋਂ ਬੱਚਿਆਂ ਨੂੰ ਛੁੱਟੀਆਂ ਹੋ ਜਾਂਦੀਆਂ ਨੇ, ਟੈਕਸ ਤੋਂ ਲੋਕ ਕਰਕੇ ਆਪਣੇ ਡਾਕੂਮੈਂਟਸ ਵਗੈਰਾ ਅਕਾਊਂਟੈਂਟ ਨਾਲ ਗੱਲਬਾਤ ਕਰਕੇ ਪ੍ਰਪੇਅਰ ਕਰਕੇ ਰੈਡੀ ਫॉर ਪਰਚੇਜ਼ ਹੋ ਜਾਂਦੇ ਨੇ। ਸੋ ਬਹੁਤ ਜ਼ਿਆਦਾ ਤਾਦਾਦ ਵਿੱਚ ਬਾਇਰ ਜਿਹੜਾ ਸਮਰ ਦੇ ਵਿੱਚ ਇੰਟਰੋਡਿਊਸ ਹੁੰਦਾ ਹੈ, ਔਰ ਕਈ ਡਿਫਰੈਂਟ ਰੀਜ਼ਨ ਕਰਕੇ, ਪਰ ਉਹਨਾਂ ਵਾਸਤੇ ਜਿਹੜੀ ਇਹ ਹੁਣ 500 ਘਰਾਂ ਦੀ ਇਨਵੈਂਟਰੀ ਜਿਹੜੀ ਘਟਦੀ ਜਾ ਰਹੀ ਹੈ, ਉਹ ਪ੍ਰਾਈਸਿਸ ਦੇ ਵਿੱਚ ਵਧਣ ਦੇ ਵਿੱਚ ਬਹੁਤ ਜ਼ਿਆਦਾ ਰੋਲ ਪਲੇ ਕਰ ਸਕਦੀ। ਜੇ ਮਾਨ ਸਾਹਿਬ ਕਿਸੇ ਪਰਿਵਾਰ ਦੀ ਇਨਕਮ $1 ਲੱਖ ਹੈ ਤਾਂ ਕਿੰਨੇ ਦੀ ਮੌਰਗੇਜ ਉਹਨਾਂ ਦੀ ਅਪਰੂਵਲ ਹੋ ਸਕਦੀ ਹੈ? ਕਿੰਨੇ ਦਾ ਘਰ ਉਹ ਲੈ ਸਕਦੇ ਨੇ ਜੀ ਅੱਜ ਦੇ ਸਮੇਂ 'ਚ? ਅੱਜ ਦੇ ਇੰਟਰਸਟ ਰੇਟ ਦੇ ਹਿਸਾਬ ਨਾਲ ਗੱਲ ਕਰੀਏ, ਜੇ ਹਾਊਸ ਹੋਲਡ ਇਨਕਮ ਕਿਸੇ ਵੀ ਫੈਮਿਲੀ ਦੀ $1 ਲੱਖ ਹੈ ਅਤੇ ਉਹ 5% ਡਾਊਨ ਦੇਣਾ ਚਾਹੁੰਦੇ ਨੇ, ਉਹਨਾਂ ਉਹ 4.5 ਲੱਖ ਤੱਕ ਦਾ ਘਰ ਅੰਦਾਜ਼ਨ, ਪਲੱਸ ਮਾਈਨਸ ਇਹਦੇ ਵਿੱਚ ਕਈ ਫੈਕਟਰ ਹੋਰ ਕਰਦੇ ਨੇ ਕਿ ਬੇਸਮੈਂਟ ਹੈ ਜਾਂ ਨਹੀਂ, ਜਾਂ ਆਪਣਾ
ਪ੍ਰੋਪਰਟੀ ਟੈਕਸ ਕਿੰਨੇ ਕੁ ਨੇ ਉਸ ਏਰੀਏ ਦੇ, ਸੋ ਉਹ ਵੀ ਵਿੱਚ ਰੋਲ ਪਲੇ ਕਰਦੇ ਨੇ। ਪਰ ਔਨ ਐਨ ਐਵਰੇਜ 4.5 ਲੱਖ ਤੱਕ ਦਾ ਘਰ 5% ਡਾਊਨ ਨਾਲ ਲੈ ਸਕਦੇ ਨੇ। ਅਤੇ ਜਿਨ੍ਹਾਂ ਦੀ 20%, ਜੇ ਉਹ 20% ਡਾਊਨ ਪੇਮੈਂਟ ਦੀ ਗੱਲ ਕਰੀਏ ਤਾਂ ਉਹ ਬੈਂਕ ਜਾਂ ਇਹ ਲੈਂਡਰਾਂ ਤੋਂ 5-30 ਤੱਕ ਦਾ ਘਰ ਲੈ ਸਕਦੇ ਨੇ, ਜਿੱਥੇ ਕਿ ਜਿਹੜੀ ਕਿ ਬੀ ਲੈਂਡਿੰਗ ਵੀ ਇੱਕ ਫੈਕਟਰ ਪਲੇ ਕਰਦੀ ਹੈ, ਸਪੈਸ਼ਲੀ ਸੈਲਫ ਇੰਪਲੋਇਡਸ ਲਈ ਜਾਂ ਟੈਕਸੀ ਟਰੱਕਿੰਗ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਰੋਲ ਪਲੇ ਕਰਦੀ ਹੈ। ਉਹਦੇ ਵਿੱਚ ਜਿਹੜਾ ਆ 6-6.25 ਤੱਕ ਦਾ ਉਹ ਘਰ ਲੈ ਸਕਦੇ ਨੇ 20-21% ਡਾਊਨ ਦੇ ਨਾਲ। ਇੱਕ ਜਨਰਲ ਸਿਨੈਰੀਓ $1 ਲੱਖ ਦੀ ਇਨਕਮ ਦਾ, ਜਿਹਦੇ ਆਪਾਂ ਕੀਤੀ ਹੈ, ਕੋਈ ਇੱਡੇ ਪਰਫੈਕਟ ਨੰਬਰ ਨਹੀਂ ਕਿ ਇਹਨਾਂ ਦੇ ਵਿੱਚ ਕੋਈ 10,000-20,000 ਦਾ ਵਾਧਾ ਜਾਂ ਘਾਟਾ ਨਹੀਂ ਹੋ ਸਕਦਾ, ਬਿਲਕੁਲ ਹੋ ਸਕਦਾ, ਪਰ ਹੁਣ ਇੱਕ ਜਿਹੜੀ ਐਸਟੀਮੇਟਡ ਨੰਬਰ ਇਹਦੇ ਲਾਗੇ ਦਾ ਹੋ ਸਕਦਾ ਕਿਸੇ ਵੀ ਫੈਮਿਲੀ ਦਾ। ਬਾਕੀ ਡਿਪੈਂਡ ਕਰਦਾ ਹੈ ਤੁਹਾਡੀ ਇਨਕਮ ਕਿਹੜੇ ਸੋਰਸਿਸ ਤੋਂ ਜੋਬ ਕਰਦੇ ਨੇ, ਸੈਲਫ ਇੰਪਲੋਇਡ ਨੇ, ਇਨਕੋਰਪੋਰੇਸ਼ਨ ਹੈ ਆਪਣੀ, ਸੋ ਉਹ ਸਾਰੇ ਫੈਕਟਰ ਜਿਹੜੇ ਹੋਰ ਇਹਨਾਂ ਦੇ ਵਿੱਚ ਅਫੈਕਟ ਕਰਦੇ ਨੇ। ਤੇ ਜਿਵੇਂ ਦੀ ਮਾਰਕੀਟ ਇਸ ਵੇਲੇ ਚੱਲ ਰਹੀ ਹੈ, ਸਾਡੇ ਕੋਲ ਇੰਟਰ ਪ੍ਰੋਵਿੰਸ਼ੀਅਲ ਮਾਈਗ੍ਰੇਸ਼ਨ ਵੀ ਹੋ ਰਹੀ ਹੈ, ਸਾਡੇ ਕੋਲ ਦੂਜਿਆਂ ਸੂਬਿਆਂ ਤੋਂ ਵੀ ਲੋਕ ਆ ਰਹੇ ਨੇ, ਬਾਹਰੋਂ ਤਾਂ ਆ ਹੀ ਰਹੇ ਨੇ। ਅਤੇ ਅਜਿਹੇ ਵਿੱਚ ਕੀ ਲੱਗਦਾ ਫਿਊਚਰ ਕੀ ਹੈ ਸਾਡੀ ਕੈਲਗਰੀ ਦੀ ਰੀਅਲ ਸਟੇਟ ਮਾਰਕੀਟ ਦਾ? ਵਧੀਆ ਰਹੇਗਾ, ਠੰਡਾ ਹੋਵੇਗਾ ਕਿ ਗਰਮ ਹੋਵੇਗਾ? ਦੇਖੋ ਜੀ, ਇਸ ਵੇਲੇ ਤਾਂ ਜੋ ਹਰ ਪਾਸੇ ਸੁਣਨ ਨੂੰ ਮਿਲ ਰਿਹਾ ਔਰ ਮੈਨੂੰ ਵੀ ਮਹਿਸੂਸ ਹੋ ਰਿਹਾ ਕਿ ਅੱਗੇ ਰੀਅਲ ਸਟੇਟ ਮਾਰਕੀਟ ਦੇ ਵਿੱਚ ਕੈਲਗਰੀ ਦੇ ਵਿੱਚ ਕਾਫੀ ਜ਼ਿਆਦਾ ਗਰਮੀ ਆਉਣ ਵਾਲੀ ਹੈ। ਜਿਵੇਂ ਕਿ ਇਲੈਕਸ਼ਨ ਈਅਰਸ ਵੀ ਨੇ ਦੋਨੋਂ, ਇਸ ਸਾਲ ਆਪਣੇ ਪ੍ਰੋਵਿੰਸ਼ੀਅਲ ਇਲੈਕਸ਼ਨ ਹੋਣ ਜਾ ਰਹੇ ਨੇ, ਅਗਲੇ ਸਾਲ ਜਿਹੜੇ ਨੇ ਉਹ ਫੈਡਰਲ ਦੇ ਇਲੈਕਸ਼ਨ ਵੀ ਹੋ ਜਾਣੇ ਨੇ। ਸਰਕਾਰਾਂ ਦੇ ਵਿੱਚ ਵੀ ਕਾਫੀ ਬਦਲਾਵ, ਨੀਤੀਆਂ ਦੇ ਵਿੱਚ ਵੀ ਕਾਫੀ, ਸੋ ਉਹਦੇ ਨਾਲ ਕਾਫੀ ਸਟੇਟਸ ਨੂੰ ਜਿਹੜਾ ਫਰਕ, ਪ੍ਰੋਵਿੰਸਿਸ ਨੂੰ ਬਹੁਤ ਜ਼ਿਆਦਾ ਫਰਕ ਪੈਂਦਾ ਹੈ। ਇਸ ਕਰਕੇ ਇਹ ਸਾਰੇ ਜਿਹੜੇ ਫੈਕਟਰ ਨੇ, ਔਰ ਪਲੱਸ ਜਿਵੇਂ ਕਿ 1-2 ਸਾਲ ਹੋ ਗਏ ਨੇ, ਗੈਸ ਪ੍ਰਾਈਸਿਸ ਵੀ ਉੱਪਰ ਹੈ, ਵੌਰ ਜਿਹੜੀ ਚੱਲ ਰਹੀ ਹੈ ਉਹ ਹਜੇ ਤੱਕ ਖਤਮ ਨਹੀਂ ਹੋਈ, ਸੋ ਪੈਸਾ ਜਿਹੜਾ ਉਹ ਕਾਫੀ ਜ਼ਿਆਦਾ ਫਲੋ ਕਰ ਰਿਹਾ ਅਲਬਰਟਾ ਦੇ ਵਿੱਚ। ਪਲੱਸ ਜਿਵੇਂ ਕਿ ਤੁਸੀਂ ਕਿਹਾ ਪ੍ਰੋਵਿੰਸ਼ੀਅਲ, ਇੰਟਰ ਪ੍ਰੋਵਿੰਸ਼ੀਅਲ ਜਿਹੜੇ ਲੋਕ ਮੂਵ ਹੋ ਰਹੇ ਨੇ, ਜਿਹੜੇ ਬਾਹਰੋਂ ਵੀ ਆ ਰਹੇ ਨੇ, ਔਰ ਉਹ ਸਾਰੇ ਫੈਕਟਰ, ਔਰ ਜਿਹੜੀ ਇਸ ਵੇਲੇ ਕੰਸਟਰਕਸ਼ਨ ਹੈ ਉਹ ਵੀ ਬੜੀ ਜੀ ਲਿਮਟਡ ਜੀ ਹੋ ਗਈ ਹੈ, ਕਿਉਂਕਿ ਕੋਸਟ ਬਹੁਤ ਜ਼ਿਆਦਾ ਹੈ ਬਿਲਡਰਾਂ ਵਾਸਤੇ। ਪਰ ਇਹ ਸਾਰੇ ਜਿਹੜੇ ਫੈਕਟਰ ਨੇ ਇਹ ਡੈਫੀਨੇਟਲੀ ਇਹ ਦਰਸਾਉਂਦੇ ਨੇ ਕਿ ਪ੍ਰਾਈਸਾਂ ਦੇ ਵਿੱਚ ਕਿਸੇ ਵੇਲੇ ਵੀ ਬਹੁਤ ਜ਼ਿਆਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਪਰ ਉਹ ਕਦੋਂ, ਇਹ ਕਹਿਣਾ ਮੁਸ਼ਕਿਲ ਹੈ। ਉਹ ਹੋ ਸਕਦਾ 6 ਮਹੀਨਿਆਂ ਤੱਕ ਹੋ ਜਾਵੇ, ਸਾਲ ਤੱਕ ਹੋ ਜਾਵੇ, ਇਹ ਕਹਿਣਾ ਹਜੇ ਬਹੁਤ ਮੁਸ਼ਕਿਲ ਹੈ। ਪਰ ਆਉਣ ਵਾਲੇ 2 ਸਾਲਾਂ ਦੇ ਵਿੱਚ ਜਿਹੜਾ ਕੈਲਗਰੀ ਦੀ ਮਾਰਕੀਟ ਦੇ ਵਿੱਚ ਪ੍ਰਾਈਸਿਸ ਜਿਹੜੀਆਂ ਉਹ 80% ਵੈਨਕੂਵਰ ਅਤੇ ਟੋਰਾਂਟੋ ਦੀ ਪ੍ਰਾਈਸਿਸ ਦੇ ਬਰਾਬਰ ਜਾ ਸਕਦੀਆਂ ਨੇ। ਅਤੇ ਅਖੀਰ 'ਚ ਕੀ ਕਹਿਣਾ ਚਾਹੋਗੇ ਸਾਡੇ ਸੁਣਨ ਵਾਲਿਆਂ ਲਈ? ਅਖੀਰ 'ਚ ਮੈਂ ਇਹੀ ਕਹਿਣਾ ਚਾਹੂੰਗਾ ਜੀ ਕਿ ਜਿਹੜੇ ਘਰਾਂ ਦੇ ਫੈਕਟਰ ਨੇ, ਜਾਂ ਘਰ ਅਸੀਂ ਅੱਗੇ ਮੂਵ ਕਰਨਾ, ਛੋਟਾ ਘਰ ਆ ਵੱਡਾ ਕਰਨਾ, ਉਹ ਭਾਵੇਂ ਹਜੇ ਸੋਚ ਵੀ ਸਕਦੇ ਨੇ, ਰੁਕ ਵੀ ਸਕਦੇ ਨੇ, ਇੰਟਰਸਟ ਰੇਟਸ ਤੋਂ ਦੇ ਫੈਕਟਰ ਉਹਨਾਂ ਨੂੰ ਇਫੈਕਟ ਵੀ ਕਰ ਸਕਦੇ ਨੇ। ਪਰ ਜੇ ਅਸੀਂ ਰੈਂਟ 'ਤੇ ਰਹਿੰਦੇ ਹਾਂ, ਅਸੀਂ ਘਰ ਬਾਏ ਕਰਨਾ, ਅਸੀਂ ਇਹਨਾਂ ਗੱਲਾਂ ਵੱਲ ਨਾ ਧਿਆਨ ਦਿੰਦੇ ਹੋਏ, ਨਾ ਜ਼ਿਆਦਾ ਜਿਹੜਾ ਆ ਉਹ ਚੀਜ਼, ਜਿਹੜਾ ਵੀ ਰੀਜ਼ਨੇਬਲ ਘਰ, ਮੈਂ ਪਹਿਲਾਂ ਵੀ ਬਹੁਤ ਵਾਰੀ ਕਿਹਾ ਕਿ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਂ ਹੁਣ ਇੱਕੋ ਵਾਰੀ ਵੱਡਾ ਹੀ ਘਰ ਲੈਣਾ, ਫਰੰਟ ਗਰਾਜ ਹੀ ਲੈਣਾ। ਜਿਹੜਾ ਵੀ ਰੀਜ਼ਨੇਬਲ ਘਰ, ਰੀਜ਼ਨੇਬਲ ਰਿਕੁਆਇਰਮੈਂਟ ਦੇ ਨਾਲ, ਜੋ ਵੀ ਆਪਣੀ ਫੈਮਿਲੀ ਦੀਆਂ ਐਵਰੇਜ ਰਿਕੁਆਇਰਮੈਂਟਸ ਨੇ, ਲੋਕ ਦਿਖਾਵਾ ਨਾ ਕਰਦੇ ਹੋਏ ਆਪਾਂ ਆਪਣੇ ਮਤਲਬ ਦਾ ਘਰ ਲਈਏ। ਕੈਲਗਰੀ ਦੇ ਵਿੱਚ ਪ੍ਰਾਈਸਿਸ ਬਹੁਤ ਦੇਰ ਤੋਂ ਰੁਕੀਆਂ ਹੋਈਆਂ ਨੇ, ਬਹੁਤ ਸਮੇਂ ਤੋਂ ਜਿਹੜਾ ਜ਼ਿਆਦਾ ਕੋਈ ਪ੍ਰਾਈਸਿਸ ਦਾ ਵਧਣਾ ਉਹ ਨਹੀਂ ਕਿ ਅੱਜ ਘਰ 6 ਦਾ ਸੀ 6.25 ਦਾ ਹੋ ਗਿਆ, ਬਲਕਿ ਜਿਹੜਾ 6 ਦਾ ਉਹ 8 ਦਾ ਵੀ ਹੋ ਸਕਦਾ ਹੈ। ਉਹ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਰੀਅਲ ਸਟੇਟ ਮਾਰਕੀਟ 'ਚ ਇੰਟਰ ਕਰਨਾ ਜ਼ਰੂਰੀ ਹੈ। ਸੋ ਜੇ ਅਸੀਂ ਘਰ ਦੇਖ ਰਹੇ ਹਾਂ, ਇਹ ਛੱਡ ਕੇ ਕਿ ਉਹ ਟਾਊਨ ਹਾਊਸ ਹੈ, ਉਹ ਅਪਾਰਟਮੈਂਟ ਹੈ, ਜਾਂ ਉਹ ਫਰੰਟ ਗਰਾਜ ਨਹੀਂ ਹੈ, ਇਹਨਾਂ ਚੀਜ਼ਾਂ ਨੂੰ ਛੱਡ ਕੇ ਆਪਣੀ ਲੋੜ ਮੁਤਾਬਕ 2, 3, 4 ਬੈਡਰੂਮ ਜਿੱਦਾਂ ਦੀ ਵੀ ਆਪਣੀ ਰਿਕੁਆਇਰਮੈਂਟ ਹੈ, ਉਸ ਰੀਅਲ ਸਟੇਟ ਮਾਰਕੀਟ 'ਚ ਇੰਟਰ ਹੋਣਾ ਚਾਹੀਦਾ। ਹਜੇ ਵੀ ਪ੍ਰਾਈਸਿਸ ਰੀਜ਼ਨੇਬਲ ਨੇ, ਹਜੇ ਵੀ ਜਿਹੜਾ ਆ ਉਹ ਇੰਟਰਸਟ ਰੇਟ ਛੋਟੇ ਕਰਦੇ, ਕਿਉਂਕਿ ਪ੍ਰਾਈਸਿਸ ਜਦੋਂ ਵਧੀਆਂ ਉਦੋਂ ਅਪਾਰਟਮੈਂਟਸ ਤੋਂ ਲੈ ਕੇ ਹਰ ਚੀਜ਼ ਦੀਆਂ ਵੱਧਦੀਆਂ ਨੇ। ਫਿਰ ਤੁਹਾਡੇ ਕੋਲ ਜਿਹੜੀ ਇਕੁਇਟੀ ਕ੍ਰੀਏਟ ਹੋ ਜਾਂਦੀ ਹੈ, ਉਹਦੇ ਆਧਾਰ 'ਤੇ ਤੁਸੀਂ ਅਪਗ੍ਰੇਡ ਵੀ ਕਰ ਸਕਦੇ ਹੋ ਔਰ ਹੋਰ ਚੀਜ਼ਾਂ ਵੀ ਕਰ ਸਕਦੇ ਹੋ, ਕਿਉਂਕਿ ਤੁਹਾਡੇ ਕੋਲ 20% ਜਾਂ ਉਸ ਤੋਂ ਵੱਧ ਫਿਰ ਡਾਊਨ ਪੇਮੈਂਟ ਦੇਣ ਦੀ ਸਮਰੱਥਾ ਹੋ ਜਾਂਦੀ। ਪਰ ਪਹਿਲਾ ਸਟੈਪ ਹੀ ਚੱਕਣਾ ਕਿ ਮੈਂ ਸਾਰਿਆਂ ਨਾਲੋਂ ਐਕਸਪੈਂਸਿਵ ਘਰ ਲੈਣਾ ਜਾਂ ਬੈਠੇ ਵੇਟ ਕਰੀ ਜਾਣਾ, ਉਹ ਇਸ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਆ ਉਹ ਐਕਸਪੈਂਸਿਵ ਹੋ ਸਕਦਾ ਕਿਸੇ ਲਈ। ਬੜੀ ਮਿਹਰਬਾਨੀ ਮਾਨ ਸਾਹਿਬ ਸਾਡੇ ਨਾਲ ਸ਼ਾਮਲ ਹੋਣ ਲਈ।
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਰ। ਥੈਂਕ ਯੂ ਰਿਸ਼ੀ ਜੀ, ਤੁਹਾਨੂੰ ਤੇ ਤੁਹਾਡੇ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਥੈਂਕ ਯੂ।